ਪਿਆਰੇ ਸਾਥੀਓ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਸ ਟੌਪਿਕ ਬਾਰੇ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਯੂਨੀਅਨ ਐਂਡ ਇਟਸ ਟੈਰਾਟਰੀ। ਜਿਹੜਾ ਸਾਡਾ ਸੰਵਿਧਾਨ ਹੈ, ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 1 ਤੋਂ ਲੈ ਕੇ ਆਰਟੀਕਲ 4 ਤੱਕ ਭਾਗ ਪਹਿਲਾ ਸੰਵਿਧਾਨ ਦਾ, ਉਹਦੇ ਵਿੱਚ ਕੀ ਹੈ ਕਿ ਜਿਹੜੀ ਸਾਡਾ ਯੂਨੀਅਨ ਹੈ ਅਤੇ ਜਿਹੜੀਆਂ ਟੈਰਾਟਰੀਜ਼ ਨੇ ਉਹਦੇ ਬਾਰੇ ਜ਼ਿਕਰ ਕੀਤਾ ਗਿਆ। ਜਿਹੜਾ ਆਰਟੀਕਲ ਪਹਿਲਾ ਹੈ ਇਹਦੇ ਵਿੱਚ ਕੀ ਲਿਖਿਆ ਗਿਆ ਕਿ ਇੰਡੀਆ ਦੈਟ ਇਜ਼ ਭਾਰਤ ਐਜ ਅ ਯੂਨੀਅਨ ਆਫ ਸਟੇਟਸ, ਕਿ ਭਾਰਤ ਕੀ ਇੱਕ ਰਾਜਾਂ ਦਾ ਸੰਘ ਹੈ। ਅਸੀਂ ਨੇ ਗੱਲ ਯਾਦ ਰੱਖਣੀ ਹੈ ਕਿ ਕਿਹੜੇ ਆਰਟੀਕਲ ਦੇ ਵਿੱਚ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ। ਬੇਸ਼ੱਕ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ ਹੈ, ਪਰ ਜਿਹੜਾ ਇੱਥੋਂ ਦਾ ਸਟਰਕਚਰ ਹੈ ਇਸ ਸੰਵਿਧਾਨ ਦੇ ਵਿੱਚ ਜਿਹੜਾ ਅਸੀਂ ਬਣਤਰ ਪ੍ਰਣਾਲੀ ਅਪਣਾਈ ਹੈ ਉਹ ਕਿਹੜੀ ਹੈ, ਉਹ ਫੈਡਰਲ ਹੈ। ਇਹ ਅਸੀਂ ਯਾਦ ਰੱਖਣਾ। ਹੁਣ ਇਹਨੂੰ ਭਾਰਤ ਅਤੇ ਇੰਡੀਆ ਦੋ ਸ਼ਬਦ ਕਿਉਂ ਵਰਤੇ ਗਏ ਕਿ ਜਿਹੜੀ ਸਾਡੀ ਸੰਵਿਧਾਨ ਸਭਾ ਸੀਗੀ ਉਹਦੇ ਵਿੱਚ ਜਿੰਨੇ ਵਿਚਾਰਕ ਸੀ ਉਹਨਾਂ ਦੇ ਵਿੱਚ ਇੱਕ ਮਤ ਨਹੀਂ ਹੋਇਆ ਕਿ ਇਹਨੂੰ ਇੰਡੀਆ ਲਿਖਿਆ ਜਾਵੇ ਜਾਂ ਭਾਰਤ ਲਿਖਿਆ ਜਾਵੇ। ਸੋ ਦੋਨਾਂ ਪੱਖਾਂ ਦੀ ਸਹਿਮਤੀ ਨੂੰ ਲੈਂਦੇ ਹੋਏ ਦੋਨੇ ਸ਼ਬਦ ਨੇ ਜਿਹੜੇ ਇਹਦੇ ਵਿੱਚ ਇਨਕਲੂਡ ਕੀਤੇ ਗਏ ਕਿ ਇੰਡੀਆ ਦੈਟ ਇਜ਼ ਭਾਰਤ। ਇਹਦੇ ਵਿੱਚ ਇੰਡੀਆ ਵੀ ਹੈ ਅਤੇ ਭਾਰਤ ਵੀ ਹੈ ਅਤੇ ਇਹਨੂੰ ਰਾਜਾਂ ਦਾ ਸੰਘ ਕਿਹਾ ਗਿਆ। ਹੁਣ ਆਰਟੀਕਲ ਪਹਿਲੇ ਦੇ ਵਿੱਚ ਕੀ ਹੈ ਕਿ ਜਿੰਨੀਆਂ ਸਾਡੀਆਂ ਟੈਰਾਟਰੀ ਆਫ ਸਟੇਟਸ ਨੇ ਇਹਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ। ਟੈਰਾਟਰੀਜ਼ ਆਫ ਸਟੇਟਸ, ਯੂਨੀਅਨ ਟੈਰਾਟਰੀਜ਼ ਅਤੇ ਟੈਰਾਟਰੀਜ਼ ਦੈਟ ਮੇ ਬੀ ਆਕਾਈਡ ਬਾਏ ਦਾ ਗੌਰਮੈਂਟ ਆਫ ਇੰਡੀਆ ਐਟ ਐਨੀ ਟਾਈਮ। ਵੀ ਇੱਕ ਤਾਂ ਜਿਹੜੀਆਂ ਸਾਡੀਆਂ ਯੂਨੀਅਨ ਟੈਰਾਟਰੀ ਨੇ, ਇੱਕ ਜਿੰਨੇ ਸਾਡੇ ਸਟੇਟ ਨੇ, ਅਤੇ ਤੀਜੀ ਗੱਲ ਜਿਹਨੂੰ ਕਦੋਂ ਵੀ ਜਿਹੜਾ ਭਾਰਤ ਹੈ ਉਹਨੂੰ ਕੋਈ ਯੂਨੀਅਨ ਟੈਰਾਟਰੀ ਐਲਾਨ ਸਕਦਾ ਜਾਂ ਸਟੇਟ ਐਲਾਨ ਸਕਦਾ। ਤਿੰਨ ਭਾਗ ਇਹਦੇ ਵਿੱਚ ਰੱਖੇ ਗਏ ਨੇ। ਐਟ ਪ੍ਰੈਜੈਂਟ ਸਾਡੇ 28 ਰਾਜ ਨੇ ਅਤੇ 9 ਜਿਹੜੀਆਂ ਸਾਡੀਆਂ ਯੂਟੀਜ਼ ਨੇ, ਇਹ ਆਪਾਂ ਯਾਦ ਰੱਖਣੀਆਂ ਨੇ। ਆਰਟੀਕਲ 2 ਦੇ ਵਿੱਚ ਕੀ ਹੈ, ਆਰਟੀਕਲ 2 ਦੇ ਵਿੱਚ ਪਾਰਲੀਮੈਂਟ ਨੂੰ ਇਹ ਪਾਵਰ ਦਿੱਤੀ ਗਈ ਹੈ ਕਿ ਜਿਹੜਾ ਕਿਸੇ ਵੀ ਭਾਗ ਨੂੰ ਹੈ ਜਿਹੜਾ ਉਹ ਐਡਮਿਟ ਕੀਤਾ ਜਾ ਸਕਦਾ ਹੈ ਐਜ਼ ਅ ਯੂਨੀਅਨ। ਦੂਜਾ ਕੀ ਹੈ ਇਹਦੇ ਵਿੱਚ ਕਿ ਨਵਾਂ ਰਾਜ ਕੋਈ ਬਣਾਉਣਾ ਜੇ ਤਾਂ ਨਵੇਂ ਰਾਜ ਦੀ ਵਿਵਸਥਾ ਹੈ ਉਹ ਆਰਟੀਕਲ 2 ਦੇ ਵਿੱਚ ਕੀਤੀ ਗਈ ਹੈ। ਇਹ ਵੀ ਆਪਾਂ ਯਾਦ ਰੱਖਣਾ। ਇੱਕ ਇੱਥੇ ਅਸੀਂ ਯਾਦ ਰੱਖ ਲਈਏ ਕਿ ਜਿਹੜਾ ਸਾਡਾ 5ਵਾਂ ਅਤੇ 6ਵਾਂ ਸ਼ਡਿਊਲ ਹੈ ਉਹਦੇ ਵਿੱਚ ਕੀ ਹੈ ਕਿ ਜਿੰਨੇ ਪ੍ਰਬੰਧਕੀ ਆਧਾਰ ਹੋਣਗੇ ਜਿਹੜੇ ਸਾਡੇ ਸ਼ਡਿਊਲਡ ਏਰੀਆ ਨੇ ਅਤੇ ਸ਼ਡਿਊਲਡ ਟਰਾਈਬਲ ਏਰੀਆ ਨੇ ਸਟੇਟ ਦੇ ਵਿੱਚ। 5ਵਾਂ ਅਤੇ 6ਵਾਂ ਜਿਹੜਾ ਸ਼ਡਿਊਲ ਹੈ ਉਹ ਕਾਹਦੇ ਨਾਲ ਸੰਬੰਧਿਤ ਹੈ ਕਿ ਜਿਹੜੇ ਸਾਡੇ ਸ਼ਡਿਊਲਡ ਏਰੀਆ ਅਤੇ ਟਰਾਈਬਲ ਏਰੀਆ ST ਅਤੇ SC ਜਿਹੜਾ ਪ੍ਰਬੰਧਕੀ ਆਧਾਰ ਨੇ ਉਹਦੇ ਉਹਨਾਂ ਨਾਲ ਜਿਹੜਾ ਇਹ ਸਾਡਾ ਸ਼ਡਿਊਲ ਹੈ 5ਵਾਂ ਅਤੇ 6ਵਾਂ ਜੁੜਦਾ। ਇਹ ਵੀ ਅਸੀਂ ਯਾਦ ਰੱਖਣਾ ਇੱਥੇ ਹੀ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਆਰਟੀਕਲ 3 ਹੈ। ਆਰਟੀਕਲ 3 ਦੇ ਵਿੱਚ ਕੀ ਹੈ ਕਿ ਕਿਸੇ ਵੀ ਰਾਜ ਦੀ ਰੀਐਡਜਸਟਮੈਂਟ ਕੀਤੀ ਜਾ ਸਕਦੀ ਹੈ, ਕਿਸੇ ਵੀ ਯੂਟੀ ਦੀ ਰੀਐਡਜਸਟਮੈਂਟ ਕੀਤੀ ਜਾ ਸਕਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਕੋਈ ਉਹਦੇ ਵਿੱਚੋਂ ਨਵਾਂ ਸਟੇਟ ਕੱਢਿਆ ਜਾ ਸਕਦਾ, ਉਹਦਾ ਜਿਹੜਾ ਏਰੀਆ ਹੈ ਉਹ ਵਧਾਇਆ ਘਟਾਇਆ ਜਾ ਸਕਦਾ, ਉਹਦੀ ਜਿਹੜੀ ਬਾਉਂਡਰੀ ਹੈ, ਉਹਦੀ ਹੱਦ ਹੈ ਜਿਹੜੀ ਉਹਨੂੰ ਇੱਧਰ ਤੋਂ ਲੈ ਕੇ ਹੋਰ ਪਾਸੇ ਤੱਕ ਐਲਾਨਿਆ ਜਾ ਸਕਦਾ, ਜਾਂ ਕਿਸੇ ਹੱਦ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਧਾਰਨਾ ਹੈ ਉਹ ਹੋਰ ਐਲਾਨੀ ਜਾ ਸਕਦੀ ਹੈ। ਜਾਂ ਜਿਹੜਾ ਸਾਡਾ ਸਟੇਟ ਰਾਜ ਹੈ ਉਹਦਾ ਨਾਮ ਅਸੀਂ ਆਰਟੀਕਲ 3 ਦੇ ਅਧੀਨ ਨਹੀਂ ਬਦਲ ਸਕਦੇ ਹਾਂ। ਤਾਂ ਤੁਸੀਂ ਨੇ ਜਿਹੜੀਆਂ ਇਹ ਗੱਲਾਂ ਨੇ ਮੇਨ ਇਹ ਆਪਾਂ ਯਾਦ ਰੱਖਣੀਆਂ ਨੇਗੀਆਂ। ਪਰ ਇਹਦੇ ਵਿੱਚ ਕੁਛ ਕੁ ਆਰਟੀਕਲ ਦੇ ਵਿੱਚ ਹਦਾਇਤਾਂ ਨੇ ਜਿਨ੍ਹਾਂ ਦੇ ਅਧੀਨ ਇਹ ਕੰਮ ਕੀਤੇ ਜਾ ਸਕਦੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਵੀ ਕਰਨਾ ਹੈ ਤਾਂ ਜਿਹੜੀ ਉੱਥੋਂ ਦੀ ਸਟੇਟ ਲੈਜਿਸਲੇਚਰ ਹੈ ਉਹਦੇ ਨਾਲ ਤਾਲਮੇਲ ਬਣਾ ਕੇ, ਅਤੇ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਜਿਹੜਾ ਬਿੱਲ ਹੈ ਉਹ ਪ੍ਰਾਇਰਟੀ ਦੇ ਵਿੱਚ ਰਿਕਮੈਂਡ ਹੋਣਾ ਚਾਹੀਦਾ ਅਤੇ ਫਿਰ ਉਹਨੂੰ ਇੱਕ ਸਪੈਸ਼ਲ ਪੀਰੀਅਡ ਦੇ ਅਧੀਨ ਵਿਚਾਰਿਆ ਜਾਂਦਾ ਅਤੇ ਇਸ ਪ੍ਰਕਿਰਿਆ ਦੇ ਅਧੀਨ ਹੈ ਜਿਹੜਾ ਕੋਈ ਨਵੀਂ ਸਟੇਟ ਹੈ ਉਹ ਜਾਂ ਕੋਈ ਨਵੀਂ ਯੂਟੀ ਹੈ ਉਹ ਬਣਦੀ ਹੈ। ਇਸ ਤੋਂ ਬਾਅਦ ਸਾਡਾ ਆ ਗਿਆ ਆਰਟੀਕਲ 4। ਆਰਟੀਕਲ 4 ਦੇ ਵਿੱਚ ਕੀ ਹੈ ਕਿ ਜਿਹੜਾ ਅਸੀਂ ਆਰਟੀਕਲ 2 ਅਤੇ ਆਰਟੀਕਲ 3 ਦੇ ਵਿੱਚ ਪੜ੍ਹਿਆ ਕਿ ਰੀਐਡਜਸਟਮੈਂਟ ਅਤੇ ਨਵੀਆਂ ਸਟੇਟਸ ਜਿਹੜੀਆਂ ਸਾਡੀਆਂ ਬਣਦੀਆਂ ਨੇ। ਪਰ ਆਰਟੀਕਲ 4 ਦੇ ਵਿੱਚ ਕੀ ਆ ਕਿ ਆਪਾਂ ਜਿਹੜੇ ਸੋਧਾਂ ਕਰਾਂਗੇ ਇਹਨੂੰ ਅਸੀਂ ਆਰਟੀਕਲ 368 ਅਧੀਨ ਨਹੀਂ ਕਰਾਂਗੇ। ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਉਹ ਆਰਟੀਕਲ 368 ਦੇ ਅਧੀਨ ਕੀਤੀ ਜਾਂਦੀ ਹੈ। ਪਰੰਤੂ ਇੱਥੇ ਜਿਹੜਾ ਅਸੀਂ ਨਵਾਂ ਸਟੇਟ ਬਣਾਵਾਂਗੇ ਜਾਂ ਉਹਦੀ ਰੀਐਡਜਸਟਮੈਂਟ ਕਰਾਂਗੇ ਉਹਦੇ ਵਿੱਚ ਕੀ ਹੈ ਆਰਟੀਕਲ 368 ਵਾਲੀ ਜਿਹੜੀ ਪ੍ਰਕਿਰਿਆ ਉਹ ਨਹੀਂ ਲੱਗੂਗੀ। ਇੱਥੇ ਜਿਹੜੀ ਸਾਡੀ ਸਿੰਪਲ ਆਪਾਂ ਕਹਿੰਦੇ ਮੈਜੋਰਟੀ ਹੈ ਉਹ ਲੱਗੂਗੀ। ਸਿੰਪਲ ਮੈਜੋਰਟੀ ਦਾ ਮਤਲਬ ਕੀ ਹੈ ਕਿ ਜਿੰਨੇ ਹੈ ਆਪਾਂ ਵੋਟਿੰਗ ਦੇ ਵਿੱਚ ਕੀ ਹੈ, ਮੰਨ ਲਓ ਸਾਡੇ ਕੋਲ 100 ਹੈ
ਆਪਾਂ ਹਾਈਪੋਥੈਟੀਕਲ ਐਗਜ਼ਾਮਪਲ ਲੈਂਦੇ ਹਾਂ ਕਿ ਸਾਡੇ ਕੋਲ 100 ਮੈਂਬਰ ਹੈ, ਤਾਂ ਉਧਰਲੇ ਪਾਸੇ 51 ਵੋਟਾਂ ਪੈਣੀਆਂ ਚਾਹੀਦੀਆਂ ਨੇ। ਸਿੰਪਲ ਮੈਜੋਰਟੀ ਦਾ ਮਤਲਬ ਕੀ ਹੁੰਦਾ ਹੈ ਕਿ ਉਹਦਾ ਅੱਧ ਕਰਕੇ ਉਹਦੇ ਨਾਲੋਂ ਇੱਕ ਜਿਹੜੀ ਵੋਟ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ। ਤਾਂ ਜਿਹੜੀ ਇਹ ਪ੍ਰਕਿਰਿਆ ਆਰਟੀਕਲ 4 ਦੇ ਵਿੱਚ ਕੀ ਹੈ ਕਿ ਇਹਨੂੰ ਅਸੀਂ ਆਰਟੀਕਲ 368 ਦੀ ਪ੍ਰਕਿਰਿਆ ਅਧੀਨ ਨਹੀਂ ਲੈ ਕੇ ਜਾਵਾਂਗੇ। ਇਹਦੇ ਵਾਸਤੇ ਕੀ ਲੱਗੂਗੀ, ਸਿਰਫ ਸਿੰਪਲ ਜਿਹੜੀ ਮੈਜੋਰਟੀ ਹੈ ਉਹ ਲੱਗੂਗੀ। ਫਿਰ ਸਾਡੇ ਕੋਲ ਕੁਝ ਕਮਿਸ਼ਨ ਨੇ ਜਿਹੜੇ ਨਵੇਂ ਸਟੇਟਸ ਵਾਸਤੇ ਉਹਨਾਂ ਦੀ ਰੀਐਡਜਸਟਮੈਂਟ ਵਾਸਤੇ ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਬਣਾਏ ਗਏ ਨੇ। 1700 ਜੂਨ 17 1948 ਦੇ ਵਿੱਚ ਜਿਹੜੇ ਸਾਡੇ ਪ੍ਰੈਜ਼ੀਡੈਂਟ ਰਜਿੰਦਰ ਪ੍ਰਸਾਦ ਸੀਗੇ, ਉਹਨਾਂ ਨੇ ਇੱਕ ਲਿੰਗੁਇਸਟਿਕ ਕਮਿਸ਼ਨ ਸੀਗਾ, ਜਿਹੜਾ ਭਾਸ਼ਾ ਦੇ ਆਧਾਰ 'ਤੇ ਬਣਾਇਆ ਗਿਆ ਕਮਿਸ਼ਨ ਸੀਗਾ, ਉਹਦੀ ਨਿਯੁਕਤੀ ਕੀਤੀ, ਜਿਹਨੂੰ ਅਸੀਂ ਧਾਰ ਕਮਿਸ਼ਨ ਦੇ ਨਾਮ ਨਾਲ ਜਾਣਦੇ ਹਾਂ। ਅਤੇ ਇਹ ਕਮਿਸ਼ਨ ਹੈ, ਇਹਨੇ ਆਪਣੀ ਰਿਪੋਰਟ ਦਸੰਬਰ 1948 ਦੇ ਵਿੱਚ ਕੀ ਸੀਗੀ ਉਹ ਪੇਸ਼ ਕੀਤੀ। ਪਰ ਇਸ ਰਿਪੋਰਟ ਦੇ ਵਿੱਚ ਜਿਹੜੀ ਮੇਨ ਗੱਲ ਕੀਤੀ ਗਈ ਉਹ ਇਹ ਕੀਤੀ ਗਈ ਕਿ ਕੋਈ ਵੀ ਰਾਜ ਹੈ ਉਹਦਾ ਜਿਹੜਾ ਬਣਾਉਣ ਦਾ ਢੰਗ ਹੈ ਜਾਂ ਜਿਹੜਾ ਉਹਦਾ ਬਣਤਰ ਦਾ ਆਧਾਰ ਹੈ ਉਹ ਲੈਂਗੁਏਜ ਨਹੀਂ ਹੋਣੀ ਚਾਹੀਦੀ, ਉਹ ਹੋਣੀ ਚਾਹੀਦਾ ਉੱਥੋਂ ਦਾ ਜਿਹੜਾ ਪ੍ਰਸ਼ਾਸਕੀ ਢਾਂਚਾ ਕਿਸ ਤਰ੍ਹਾਂ ਦਾ ਉਹਦੇ ਆਧਾਰ 'ਤੇ ਬਣਾਉਣੀਆਂ ਨੇ। ਫਿਰ ਇਸ ਨੂੰ ਦੇਖਦੇ ਹੋਏ ਜਿਹੜਾ ਸਾਡੇ ਕੋਲ ਨਵਾਂ ਅਗਲਾ ਕਮਿਸ਼ਨ ਆਉਂਦਾ ਉਹ ਆਉਂਦਾ JBP ਕਮਿਸ਼ਨ। ਇਹ ਵੀ ਲਿੰਗੁਇਸਟਿਕ ਪ੍ਰੋਵਿੰਸ਼ੀਅਲ ਕਮੇਟੀ ਆਪਾਂ ਨੂੰ ਕਹਿੰਦੇ ਹਾਂ। ਇਹ ਵੀ ਇਹਦਾ ਮਤਲਬ ਵੀ ਇਹ ਸੀਗਾ ਕਿ ਇਹ ਦੇਖਿਆ ਜਾਵੇ ਕਿ ਜਿਹੜੀ ਭਾਸ਼ਾ ਆਧਾਰਿਤ ਸਟੇਟ ਬਣਨੇ ਚਾਹੀਦੇ ਹੈ ਕਿ ਨਹੀਂ ਬਣਨੇ ਚਾਹੀਦੇ। ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਸ਼ਾਮਲ ਸੀਗੇ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਪੱਤਾ ਭਾਈ ਸੀਤਾਰਮਈਆ। ਇਸੇ ਕਰਕੇ ਇਹਨੂੰ JBP ਕਮੇਟੀ ਹੈ ਜਿਹੜੀ ਉਹਦਾ ਨਾਮ ਦਿੱਤਾ ਜਾਂਦਾ, ਕਿਉਂਕਿ ਜੇ ਜਵਾਹਰ ਲਾਲ ਨਹਿਰੂ ਤੋਂ ਲੈ ਗਿਆ, B ਵੱਲਭ ਭਾਈ ਪਟੇਲ ਤੋਂ ਲੈ ਗਿਆ, P ਪੱਤਾ ਭਾਈ ਸੀਤਾਰਮਈਆ ਤੋਂ ਲੈ ਗਿਆ ਹੈਗਾ। ਅਤੇ ਜਿਹੜਾ ਇਹ ਕਮਿਸ਼ਨ ਹੈ ਇਹ 1949 ਦੇ ਵਿੱਚ ਅਪ੍ਰੈਲ ਦੇ ਵਿੱਚ ਜਾ ਕੇ ਉਹਦੀ ਰਿਪੋਰਟ ਸਬਮਿਟ ਕਰਦਾ ਹੈਗਾ। ਅਤੇ ਇਹ ਵੀ ਜਿਹੜਾ ਭਾਸ਼ਾ ਆਧਾਰ 'ਤੇ ਬਣਨ ਵਾਲੇ ਸਟੇਟ ਨੇ ਉਹਦੀ ਜਿਹੜੀ ਆਪਾਂ ਕਹਿ ਸਕਦੇ ਰਿਕਮੈਂਡੇਸ਼ਨ ਸੀਗੀ ਉਹਨੂੰ ਰੱਦ ਕਰਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਫਿਰ ਅਕਤੂਬਰ 1953 ਦੇ ਵਿੱਚ ਗੌਰਮੈਂਟ ਆਫ ਇੰਡੀਆ ਜਿਹੜੀ ਇੱਕ ਨਵਾਂ ਸਟੇਟ ਕ੍ਰੀਏਟ ਕਰਦੀ ਹੈ, ਜਿਹਨੂੰ ਆਂਧਰਾ ਪ੍ਰਦੇਸ਼ ਬੋਲਿਆ ਜਾਂਦਾ ਹੈ। ਭਾਰਤ ਦਾ ਪਹਿਲਾ ਭਾਸ਼ਾ ਦੇ ਆਧਾਰ 'ਤੇ ਬਣਨ ਵਾਲਾ ਜਿਹੜਾ ਰਾਜ ਹੈ ਉਹ ਆਂਧਰਾ ਪ੍ਰਦੇਸ਼ ਹੈ, ਜਿਹੜਾ ਕਿ ਮਦਰਾਸ ਦੇ ਵਿੱਚੋਂ ਜਿਹੜਾ ਉੱਥੋਂ ਦਾ ਤੇਲਗੂ ਬੋਲਣ ਵਾਲਾ ਮਤਲਬ ਆਪਾਂ ਕਹਿੰਦਾ ਤਬਕਾ ਸੀਗਾ, ਉਹਨੂੰ ਅਲੱਗ ਕਰਕੇ ਇੱਕ ਨਵਾਂ ਸਟੇਟ ਬਣਾਇਆ ਗਿਆ ਜਿਹਨੂੰ ਆਂਧਰਾ ਪ੍ਰਦੇਸ਼ ਕਿਹਾ ਜਾਂਦਾ ਹੈ। ਅਸੀਂ ਇਹ ਯਾਦ ਰੱਖਣਾ ਕਿ ਭਾਸ਼ਾ ਦੇ ਆਧਾਰ 'ਤੇ ਬਣਨ ਵਾਲਾ ਪਹਿਲਾ ਸੂਬਾ ਜਿਹੜਾ ਹੈ ਉਹ ਆਂਧਰਾ ਪ੍ਰਦੇਸ਼ ਹੈ। ਇਸ ਤੋਂ ਬਾਅਦ ਕੀ ਹੈ, ਫੈਜ਼ਲ ਅਲੀ ਕਮਿਸ਼ਨ ਆਉਂਦਾ ਹੈ। ਫੈਜ਼ਲ ਅਲੀ ਕਮਿਸ਼ਨ ਵੀ ਹੈ ਗੌਰਮੈਂਟ ਵੱਲੋਂ ਅਪਾਇੰਟ ਕੀਤਾ ਜਾਂਦਾ ਦਸੰਬਰ 1953 ਦੇ ਵਿੱਚ। ਇਹਦਾ ਮਤਲਬ ਕੀ ਸੀ, ਜਿਹੜੇ ਕਿ ਪੂਰਾ ਹੋਲ ਕੁਐਸਚਨ ਜਿੰਨੀਆਂ ਪਹਿਲਾਂ ਗੱਲਾਂ ਹੋ ਗਈਆਂ, ਆਪਾਂ ਧਾਰ ਕਮਿਸ਼ਨ ਦੀ ਗੱਲ ਕੀਤੀ ਜਾਂ JBP ਕਮੇਟੀ ਸੀ ਜਿਹੜੀ ਸਾਡੀ ਉਹਦੀ ਗੱਲ ਕੀਤੀ, ਤਾਂ ਫੈਜ਼ਲ ਅਲੀ ਨੂੰ ਪੂਰਾ ਇਹ ਸਮਝਾਇਆ ਗਿਆ ਕਿ ਤੁਸੀਂ ਨੇ ਪੂਰੀ ਰਿਪੋਰਟ ਤਿਆਰ ਕਰਨੀ ਹੈ, ਜਾਣੀ ਕਿ ਉਹਦਾ ਈਚ ਐਂਡ ਐਵਰੀ ਮਿਨਿਊਟ ਫੈਕਟਰ ਤੁਸੀਂ ਚੈੱਕ ਕਰਨਾ ਹੈਗਾ। ਤਾਂ ਇਹਦੇ ਵਿੱਚ ਫੈਜ਼ਲ ਅਲੀ ਸੀਗੇ ਜਿਹੜੇ ਉਹ ਇਹਦੇ ਹੈੱਡ ਸੀਗੇ, ਅਤੇ ਨਾਲ ਉਹਨਾਂ ਦੇ 2 ਮੈਂਬਰ ਹੋਰ ਸੀਗੇ KM ਪਾਨੀਕਰ ਅਤੇ HN ਖੁੰਜਰੂ। ਅਤੇ ਇਹ ਸਤੰਬਰ 1955 ਦੇ ਵਿੱਚ ਆਪਦੀ ਰਿਪੋਰਟ ਸਬਮਿਟ ਕਰਦੇ ਨੇ। ਅਤੇ ਇਹਨਾਂ ਨੇ ਗੱਲ ਐਕਸੈਪਟ ਕੀਤੀ ਕਿ ਜਿਹੜਾ ਕਿਸੇ ਵੀ ਸਟੇਟ ਦਾ ਆਧਾਰ ਹੈ ਉਹ ਭਾਸ਼ਾਈ ਆਧਾਰ ਹੋ ਸਕਦਾ ਹੈ। ਪਰ ਇਹਨਾਂ ਨੇ ਇੱਥੇ ਇੱਕ ਗੱਲ ਹੋਰ ਮਤਲਬ ਕਹੀ ਜਿਹਦੇ ਜ਼ੋਰ ਦਿੱਤਾ ਗਿਆ, ਉਹ ਇਹ ਸੀਗੀ ਕਿ 1 ਸਟੇਟ 1 ਲੈਂਗੁਏਜ ਜਿਹੜਾ ਫਾਰਮੂਲਾ ਹੈ ਇਹ ਜਿੱਥੋਂ ਤੱਕ ਹੋ ਸਕਦਾ ਕਿ ਇਹਨੂੰ ਆਪਾਂ ਘਟਾਇਆ ਜਾਵੇ, ਕਿਉਂਕਿ ਇਹਦੇ ਨਾਲ ਕੀ ਹੁੰਦਾ ਆਪਸੀ ਵੰਡ ਹੈ ਜਿਹੜੀ ਉਹ ਵੱਧਦੀ ਹੈ, ਜਿਹੜਾ ਸਾਡੀ ਯੂਨਿਟੀ ਹੈ ਯੂਨਿਟੀ ਦੇ ਵਿੱਚ ਸਾਡੇ 'ਚ ਫਰਕ ਪੈਂਦਾ। ਅਤੇ ਇਸ ਤੋਂ ਬਾਅਦ ਰੀਆਰਗੇਨਾਈਜੇਸ਼ਨ ਐਕਟ ਆਉਂਦਾ 1956 ਦੇ ਵਿੱਚ, ਜਿਹਨੂੰ ਅਸੀਂ 7ਵੀਂ ਸਾਡੀ ਜਿਹੜੀ ਸੰਵਿਧਾਨਕ ਸੋਧ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਸਟੇਟਸ ਨੇ ਕਿ ਉਹਨਾਂ ਦਾ ਭਾਸ਼ਾਈ ਆਧਾਰ ਹੋਣਾ ਚਾਹੀਦਾ, ਇਹਨੂੰ ਰਿਕਮੈਂਡ ਕੀਤਾ ਜਾਂਦਾ। 14 ਸਟੇਟਸ ਅਤੇ 6 ਯੂਟੀਜ਼ ਨੇ ਜਿਹੜੀਆਂ ਉਹ 1 ਨਵੰਬਰ 1956 ਦੇ ਵਿੱਚ ਜਿਹੜੀਆਂ ਉਹ ਕ੍ਰੀਏਟ ਹੁੰਦੀਆਂ ਨੇ। ਕਿਹੜੇ ਕਿਹੜੇ ਸਟੇਟ ਅਤੇ ਕਿਹੜੀਆਂ ਯੂਨੀਅਨ ਟੈਰੀਟਰੀਜ਼ ਬਣੀਆਂ 1956 ਵਾਲੇ 'ਚ ਆਪਾਂ ਉਹ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਆਂਧਰਾ ਪ੍ਰਦੇਸ਼ ਜਿਹੜਾ ਕਿ ਮਦਰਾਸ ਤੋਂ ਕੱਟ ਕੇ ਬਣਾਇਆ ਗਿਆ। ਫਿਰ ਕੇਰਲਾ ਆਉਂਦਾ, ਸਟੇਟ ਰੀਆਰਗਨਾਈਜੇਸ਼ਨ ਐਕਟ ਸੀਗਾ 1956 ਦੇ ਵਿੱਚ। ਫਿਰ ਬੰਬੇ ਰੀਆਰਗਨਾਈਜੇਸ਼ਨ ਐਕਟ 1960 ਦੇ ਵਿੱਚ ਪਾਸ ਹੁੰਦਾ, ਜਿਹਦੇ ਵਿੱਚ ਬੰਬੇ ਤੋਂ ਅੱਗੇ 2 ਸਟੇਟਸ ਬਣਦੇ ਨੇ, ਗੁਜਰਾਤ ਅਤੇ ਮਹਾਰਾਸ਼ਟਰਾ। ਫਿਰ 1962 ਦਾ ਜਿਹੜਾ ਨਾਗਾਲੈਂਡ ਐਕਟ ਹੈ, ਇਹਦੇ ਵਿੱਚ ਜਿਹੜਾ ਨਾਗਾਲੈਂਡ ਹੈ ਇਹਨੂੰ ਇੱਕ ਵੱਖਰਾ ਜਿਹੜਾ ਸੂਬਾ ਹੈ ਉਹ ਲਾਇਆ ਜਾਂਦਾ। ਅਤੇ ਇਸ ਤੋਂ ਬਾਅਦ ਪੰਜਾਬ ਰੀਆਰਗਨਾਈਜੇਸ਼ਨ ਐਕਟ ਹੈ 1966 ਦੇ ਵਿੱਚ, ਜਿੱਥੋਂ ਪੰਜਾਬ ਅਤੇ ਹਰਿਆਣਾ ਭਾਸ਼ਾ ਦੇ ਆਧਾਰ 'ਤੇ 2 ਵੱਖਰੇ ਵੱਖਰੇ ਸੂਬੇ ਬਣਦੇ ਨੇ। ਤਾਂ ਆਪਾਂ ਇਹ ਵੀ ਯਾਦ ਰੱਖਣਾ ਕਿ ਜਿਹੜਾ ਸਾਡਾ ਪੰਜਾਬ ਹੈ 1 ਨਵੰਬਰ 1966 ਦੇ ਵਿੱਚ ਕੀ ਹੈ ਪੰਜਾਬੀ ਸੂਬਾ ਜਿਹੜਾ ਉਹ ਬਣਦਾ ਹੈ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਐਕਟ 1970 ਦੇ ਵਿੱਚ, ਜਿੱਥੋਂ ਹਿਮਾਚਲ ਪ੍ਰਦੇਸ਼ ਕ੍ਰੀਏਟ ਹੁੰਦਾ। ਫਿਰ ਨਾਰਥ ਈਸਟਰਨ ਏਰੀਆ ਸੀਗੇ 1971 ਦੇ ਐਕਟ ਅਧੀਨ, ਮਨੀਪੁਰ, ਤ੍ਰਿਪੁਰਾ, ਮੇਘਾਲਿਆ,
ਇਹਨਾਂ ਦੀ ਹੋਂਦ ਹੁੰਦੀ ਹੈ। ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਯੂਟੀ, ਲਿਟਲ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਨੇ ਜਿਹੜੇ ਇਹਨਾਂ ਨੂੰ ਅਲੱਗ-ਅਲੱਗ ਬਣਾ ਦਿੱਤਾ ਜਾਂਦਾ ਹੈ। ਇਹ ਆਪਾਂ ਯਾਦ ਰੱਖਣਾ ਹੈ। ਤੁਸੀਂ PDF ਦੇ ਵਿੱਚ ਬਾਅਦ ਦੇ ਵਿੱਚ ਵੀ ਇਹ ਸਾਰੇ ਜਿਹੜੇ ਫੈਕਟ ਉਹ ਯਾਦ ਕਰ ਸਕਦੇ ਹੋ। ਇਹ ਜਿਹੜੀ PDF ਆ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗੀ। ਸਿੱਕਮ ਹੈ ਜਿਹੜਾ ਉਹ ਸਾਡੀ 36ਵੀਂ ਅਮੈਂਡਮੈਂਟ 1975 ਦੇ ਵਿੱਚ ਉਹਦੇ ਰਾਹੀਂ ਬਣਦਾ ਹੈ। ਗੋਆ, ਦਮਨ, ਦਿਊ, ਇਹ ਰੀਆਰਗਨਾਈਜੇਸ਼ਨ ਐਕਟ ਸੀਗਾ 1987 ਦਾ, ਜਿੱਥੋਂ ਜਿਹੜਾ ਗੋਆ ਉਹ ਸੀਪਰੇਟ ਜਿਹੜਾ ਸਟੇਟ ਹੈ ਉਹ ਲਾਇਆ ਜਾਂਦਾ ਹੈ। 2000 ਦੇ ਵਿੱਚ ਸਾਡੇ ਕੋਲ ਨਵੇਂ ਬਣਨ ਵਾਲੇ ਸਟੇਟ ਨੇ ਜਿਹੜੇ ਛੱਤੀਸਗੜ੍ਹ, ਉੱਤਰਾਖੰਡ ਅਤੇ ਝਾਰਖੰਡ। ਵਰ ਕ੍ਰੀਏਟਡ ਆਊਟ ਆਫ ਦ ਟੈਰੀਟਰੀਜ਼ ਆਫ ਮੱਧ ਪ੍ਰਦੇਸ਼, ਯੂਪੀ ਅਤੇ ਬਿਹਾਰ, ਇਹਨਾਂ ਦੇ ਵਿੱਚੋਂ ਬਣਦੇ ਨੇ। 2014 ਦੇ ਵਿੱਚ ਜਿਹੜਾ ਸਾਡਾ ਤੇਲੰਗਾਨਾ ਇਹ ਆਪਣੀ ਹੋਂਦ ਦੇ ਵਿੱਚ ਆਉਂਦਾ ਹੈ। ਇਹ ਆਂਧਰਾ ਪ੍ਰਦੇਸ਼ ਦੇ ਵਿੱਚੋਂ ਕੱਟ ਕੇ ਬਣਿਆ, ਵੀ ਸਾਨੂੰ ਸਾਰਿਆਂ ਨੂੰ ਜੇ ਪਤਾ ਹੀ ਹੋਣਾ, ਕਿਉਂਕਿ ਜਿਹੜਾ ਹੁਣ ਸਾਡੇ ਸਟੇਟ ਨੇਗੇ 28 ਅਤੇ ਜਿਹੜੀਆਂ ਸਾਡੀਆਂ ਯੂਨੀਅਨ ਟੈਰੀਟਰੀਜ਼ ਨੇ ਉਹ 9 ਨੇ, ਆਪਾਂ ਯਾਦ ਰੱਖਣੀਆਂ ਨੇ। ਇੱਥੇ ਇੱਕ ਗੱਲ ਮੈਂ ਹੋਰ ਐਡ ਕਰਦਾ ਕਿ ਜਿਹੜਾ ਜਦੋਂ ਸਾਡਾ ਭਾਰਤ ਆਜ਼ਾਦ ਹੁੰਦਾ 1947 ਦੇ ਵਿੱਚ, ਉਸ ਟਾਈਮ ਦੇ ਵਿੱਚ ਸਾਡੇ 552 ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ, ਉਹਨਾਂ ਦੇ ਵਿੱਚੋਂ ਜਿਹੜੇ 549 ਸੀਗੇ ਉਹਨਾਂ ਨੇ ਤਾਂ ਭਾਰਤ ਨੂੰ ਜੁਆਇਨ ਕਰ ਲਿਆ ਸੀਗਾ, ਪਰ 3 ਰਹਿ ਗਏ ਸੀਗੇ, ਜਿਵੇਂ ਹੈਦਰਾਬਾਦ ਹੋ ਗਿਆ, ਜੂਨਾਗੜ੍ਹ ਅਤੇ ਕਸ਼ਮੀਰ, ਜਿਨ੍ਹਾਂ ਨੇ ਰਿਫਿਊਜ਼ ਕਰਤਾ ਸੀਗਾ ਭਾਰਤ ਦੇ ਵਿੱਚ ਆਉਣ ਤੋਂ। ਤਾਂ ਬਾਅਦ ਦੇ ਵਿੱਚ ਜਿਹੜਾ ਹੈਦਰਾਬਾਦ ਉਹਨੂੰ ਪੁਲਿਸ ਐਕਸ਼ਨ ਨਾਲ ਜਿਹੜਾ ਇੰਡੀਆ ਦੇ ਵਿੱਚ ਲਿਆਂਦਾ ਗਿਆ। ਜੂਨਾਗੜ੍ਹ ਨੂੰ ਰੈਫਰੈਂਡਮ ਰਾਹੀਂ ਆ ਗਿਆ, ਅਤੇ ਜੰਮੂ ਕਸ਼ਮੀਰ ਦਾ ਆਪਾਂ ਮਸਲਾ ਹੁਣੇ ਹੀ ਤਾਜ਼ਾ ਦੇਖ ਕੇ ਹਟਿਆ। ਸੋ ਦੋਸਤੋ, ਇਹ ਸੀ ਆਪਣੀ ਅੱਜ ਦੀ ਵੀਡੀਓ, ਜਿਹਦੇ ਵਿੱਚ ਆਪਾਂ ਜਿਹੜਾ ਸਾਡੀਆਂ ਯੂਨੀਅਨ ਅਤੇ ਟੈਰੀਟਰੀ ਸੀਗੀਆਂ ਅਤੇ ਜਿਹੜਾ ਸਾਡਾ ਸਟੇਟ ਦਾ ਸਿਸਟਮ ਸੀਗਾ ਉਹਦੇ ਬਾਰੇ ਜ਼ਿਕਰ ਕੀਤਾ। ਉਮੀਦ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ। ਤੁਸੀਂ ਨੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਅਤੇ ਇਸ ਵੀਡੀਓ ਨੂੰ ਲਾਈਕ ਕਰਨਾ, ਅਤੇ ਜਿੰਨਾ ਹੋ ਸਕਦਾ